ਦੂਜੇ ਪਾਸੇ ਆਪਾਂ ਗੱਲ ਕਰੀਏ ਅਗਰ ਸਪਾਊਜ਼ਲ ਓਪਨ ਵਰਕ ਪਰਮਿਟ ਦੀ, ਅੱਜ ਦੀ ਡੇਟ ਦੇ ਵਿੱਚ ਹੁਣ ਸਪਾਊਜ਼ਲ ਓਪਨ ਵਰਕ ਪਰਮਿਟ ਲੈਣਾ ਕਾਫੀ ਡਿਫਿਕਲਟ ਹੋ ਗਿਆ। ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਚਲੇ ਜਾਂਦੇ ਨੇ, ਜਾਂ ਟੈਂਪਰੇਰੀ ਫੋਰਨ ਵਰਕਰ ਜਿਹੜੇ ਕੈਨੇਡਾ 'ਚ ਕੰਮ ਕਰ ਰਹੇ ਨੇ, ਉਹ ਮੈਰਿਡ ਨੇ, ਉਹ ਆਪਦੇ ਸਪਾਊਜ਼ਸ ਨੂੰ ਹੁਣ ਕੈਨੇਡਾ 'ਚ ਇਨਵਾਈਟ ਨਹੀਂ ਕਰ ਸਕਦੇ ਤਾਂ ਪਹਿਲਾਂ ਇਨਵਾਈਟ ਕਰ ਸਕਦੇ ਸੀਗੇ। ਅਗਰ ਤੁਹਾਡੀ ਹੁਣ ਜੌਬ ਤੇ ਬਹੁਤ ਜ਼ਿਆਦਾ ਮੈਟਰ ਕਰਦਾ ਕਿ ਤੁਹਾਡੇ ਕੋਲ ਕਿੱਦਾਂ ਦੀ ਜੌਬ ਹੈਗੀ ਆ। ਅਗਰ ਤੁਸੀਂ ਟੀਅਰ 0 ਜਾਂ ਟੀਅਰ 1 ਦੇ ਵਿੱਚ ਕੰਮ ਕਰ ਰਹੇ ਹੋ, ਉੱਥੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਜੌਬ ਕਿਉਂ ਨਹੀਂ ਕਰ ਰਹੇ ਹੈਗੇ, ਕਿਸੇ ਵੀ ਫੀਲਡ ਦੇ ਵਿੱਚ ਤੁਸੀਂ ਐਲੀਜੀਬਲ ਹੋ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਬੁਲਾਉਣ ਲਈ। ਦੂਜੀ ਗੱਲ ਕਰੀਏ ਟੀਅਰ 2 ਐਂਡ 3, ਟੀਅਰ 2 ਐਂਡ 3 ਦੇ ਵਿੱਚ ਅਗਰ ਤੁਸੀਂ ਹੈਲਥ ਕੇਅਰ 'ਚ ਕੰਮ ਕਰ ਰਹੇ ਹੋ, ਕੰਸਟਰਕਸ਼ਨ ਦੀ ਕਿਸੇ ਫੀਲਡ 'ਚ ਕੰਮ ਕਰ ਰਹੇ ਹੋ, ਟ੍ਰੇਡਸ ਦੇ ਵਿੱਚ ਕੰਮ ਕਰ ਰਹੇ ਹੋ, ਸੋ ਉਹਨਾਂ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਜੌਬਸ ਇਦਾਂ ਦੀਆਂ ਹੈਗੀਆਂ ਨੇ, ਕਾਫੀ ਤਰ੍ਹਾਂ ਦੀਆਂ ਆਕੂਪੇਸ਼ਨਸ ਹੈਗੀਆਂ ਨੇ, ਜਿਨ੍ਹਾਂ ਦੇ ਵਿੱਚ ਤੁਸੀਂ ਅਗਰ ਜੌਬ ਕਰ ਰਹੇ ਹੋ, ਸਟਿਲ ਤੁਸੀਂ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਕੈਨੇਡਾ ਦੇ ਵਿੱਚ ਇਨਵਾਈਟ ਕਰ ਸਕਦੇ ਹੋ।